Hello students, welcome back to the online class of Shri Dashmesh Government School Atti. 10th class ਦੇ students ਆਪਾਂ ਲਾਸਟ ਟਾਈਮ ਚੈਪਟਰ ਸਟਾਰਟ ਕੀਤਾ ਸੀ ਕੰਟਰੋਲ ਐਂਡ ਕੋਆਰਡੀਨੇਸ਼ਨ ਚੈਪਟਰ ਨੰਬਰ 7 ਉਹਦਾ ਆਪਾਂ ਬੇਸਿਕਸ ਪੜ੍ਹਿਆ ਸੀ। ਉਸ ਤੋਂ ਬਾਅਦ ਆਪਾਂ ਰਿਫਲੈਕਸ ਐਕਸ਼ਨ ਤੇ ਰਿਫਲੈਕਸ ਆਰਕ ਬਾਰੇ ਪੜ੍ਹਿਆ ਸੀ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਮਨੁੱਖੀ ਦਿਮਾਗ ਹਿਊਮਨ ਬ੍ਰੇਨ ਬਾਰੇ। ਕਹਿੰਦੇ ਵੀ ਰਿਫਲੈਕਸ ਐਕਸ਼ਨ ਇਜ਼ ਦਾ ਰਿਫਲੈਕਸ ਐਕਸ਼ਨ ਦਾ ਓਨਲੀ ਫੰਕਸ਼ਨ ਆਫ ਸਪਾਈਨਲ ਕਾਰਡ। ਜਿਹੜੀ ਆਪਣੀ ਸਪਾਈਨਲ ਕਾਰਡ ਆ ਉਹਦਾ ਸਿਰਫ ਫੰਕਸ਼ਨ ਕੀ ਹੈ, ਰਿਫਲੈਕਸ ਐਕਸ਼ਨ ਹੀ ਆ? नो ऑफ कोर्स ਜਿਹੜੇ ਆਪਣੇ ਹਿਊਮਨ ਬੀਇੰਗ ਆ ਸਾਰੇ ਸੋਚਣ ਵਾਲੀ ਸ਼ਕਤੀਆਂ ਆਪਾਂ ਨੂੰ ਮਿਲੀਆਂ ਹੋਈਆਂ ਨੇ, ਥਿੰਕਿੰਗ ਬੀਇੰਗਸ ਆਪਾਂ। ਸਪਾਈਨਲ ਕਾਰਡ ਇਜ਼ ਦਾ ਮੇਡ ਅਪ ਆਫ ਨਰਵਸ ਵਿਚ ਸਪਲਾਈ ਇਨਫੋਰਮੇਸ਼ਨ ਟੂ ਥਿੰਕ ਅਬਾਊਟ। ਜਿਹੜੀ ਕਾਰਡ ਆਪਣੀ ਰੀੜ੍ਹ ਦੀ ਹੱਡੀ ਆ ਉਹ ਠੀਕ ਆ, ਉਹਦੇ ਵਿੱਚ ਨਰਵਸ ਆ ਜਿਹਨਾਂ ਆਪਾਂ ਸੋਚਣ ਦੀ ਸ਼ਮਤਾ ਰੱਖਦੇ ਆ। ਥਿੰਕਿੰਗ ਇਨਵੋਲਵਸ ਮੋਰ ਦ ਕੰਪਲੈਕਸ ਮੈਕੈਨਿਜ਼ਮਸ ਐਂਡ ਨਿਊਰਲ ਕਨੈਕਸ਼ਨਸ। ਥੀਸ ਆਰ ਕੰਸਨਟਰੇਟਡ ਇਨ ਦ ਬ੍ਰੇਨ। ਜਿਹੜੇ ਸਾਰੇ ਕੀ ਬਹੁਤ ਕੀ ਗੁੰਝਲਦਾਰ ਜਿਹੜੇ ਮੈਕੈਨਿਜ਼ਮਸ ਆ ਸੋਚਣ ਦੀ ਆਪਣੇ ਕਨੈਕਸ਼ਨਸ ਆ ਸਾਰੇ ਦਿਮਾਗ ਨਾਲ ਲਿੰਕ ਆ। ਇਨ ਦਾ ਬ੍ਰੇਨ ਵਿਚ ਇਜ਼ ਦਾ ਮੇਨ ਕੋਆਰਡੀਨੇਟਿੰਗ ਸੈਂਟਰ ਆਫ ਦਾ ਬੋਡੀ। ਸਾਰਾ ਕੀ ਜਿਹੜਾ ਹਿੱਸਾ ਆਪਣਾ ਦਿਮਾਗ ਆ ਉਹ ਸਾਰਾ ਸੋਚਣ ਸ਼ਕਤੀਆਂ ਉਹਦੇ ਕੋਲ ਆ। ਜੇ ਉਹ ਆਪਣਾ ਦਿਮਾਗ ਨਹੀਂ ਹੈਗਾ ਤਾਂ ਆਪਣੀ ਬੋਡੀ ਪੂਰੀ ਡੈਡ ਹੈ। ਇਸੇ ਤਰ੍ਹਾਂ ਆਪਾਂ ਦੇਖਿਆ ਹੋਵੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਦਿਮਾਗ ਤੇ ਬਹੁਤ ਭਾਰੀ ਸੱਟ ਲੱਗਦੀ ਆ ਤੇ ਉਹਦਾ ਕੋਮਾ ਚਲ ਜਾਂਦਾ, ਉਹਦਾ ਦਿਮਾਗ ਕੰਮ ਕਰਨੋਂ ਬੰਦ ਹੋ ਜਾਂਦਾ। ਜੇ ਦਿਮਾਗ ਉਹਦਾ ਕੰਮ ਕਰਨਾ ਸ਼ੁਰੂ ਕਰਦਾ, ਉਹਨੂੰ ਯਾਦਦਾਸ਼ਤ ਆਉਂਦੀ ਆ, ਸੋਚਣ ਸਮਝਣ ਲੱਗਦਾ, ਫਿਰ ਆਪਾਂ ਕਹਿ ਸਕਦੇ ਬੰਦਾ ਠੀਕ ਹੈ। ਦ ਬ੍ਰੇਨ ਐਂਡ ਦ ਸਪਾਈਨਲ ਕਾਰਡ ਕਨਸਟੀਟਿਊਟ ਦ ਸੈਂਟਰਲ ਨਰਵਸ ਸਿਸਟਮ। ਇਹੀ ਆਪਣਾ ਜਿਹੜਾ ਨਰਵਸ ਸਿਸਟਮ ਪੂਰੀ ਬੋਡੀ ਦਾ, ਇਹੀ ਦੋਨੇ ਚੀਜ਼ਾਂ ਕੀ ਹੈ ਕੰਟਰੋਲ ਕਰਦੀਆਂ ਨੇ। ਦੇ ਰਿਸੀਵ ਦ ਇਨਫੋਰਮੇਸ਼ਨ ਫਰੋਮ ਆਲ ਦ ਪਾਰਟਸ ਆਫ ਬੋਡੀ ਐਂਡ ਇੰਟੀਗ੍ਰੇਟਿਡ। ਪੂਰੀ ਬੋਡੀ ਤੋਂ ਉਹਨਾਂ ਨੂੰ ਇੰਪਲਸ ਮੈਸੇਜ ਮਿਲਦੇ ਨੇ, ਉਹਨੂੰ ਕੀ ਆ ਉੱਥੇ ਆਪਣਾ ਪੂਰਾ ਤਾਲਮੇਲ ਬਣਾ ਕੇ ਸੈੱਟ ਕਰਦੀਆਂ। We also think about our actions, writing, talking, moving a chair, clapping at the end of the program are example of voluntary actions which are based on the deciding what to do next. ਹੁਣ ਕੋਈ ਆਪਣਾ ਤੁਸੀਂ ਕਿਸੇ ਦਾ ਸ਼ੋਅ ਦੇਖ ਰਹੇ ਹੋ, ਠੀਕ ਹੈ, ਬਿਲਕੁਲ ਪਿਨ ਡ੍ਰੌਪ ਸਾਇਲੈਂਸ ਆ, ਸਾਰੇ ਇੰਜੋਏ ਕਰ ਰਹੇ ਨੇ, ਤੁਸੀਂ ਉਹਦੇ ਤਾੜੀਆਂ ਮਾਰ ਲੱਗ ਜਾਓ। ਇੱਦਾਂ ਕੀ ਤੁਹਾਨੂੰ ਲੋਕੀ ਕੀ ਕਹੋਗੇ ਤੁਸੀਂ ਸਮਝ ਸਕਦੇ ਹੋ। ਹਾਂ ਜੇ ਉਹ ਪੂਰਾ ਪ੍ਰੋਗਰਾਮ ਪੂਰਾ ਹੁੰਦਾ ਤੁਸੀਂ ਸਾਰੇ ਜਾਣੇ ਤਾੜੀਆਂ ਮਾਰਦੇ ਨੇ, ਉਹਨੂੰ ਕੀ ਤੁਸੀਂ ਸ਼ਾਬਾਸ਼ੀ ਦਿੰਦੇ ਨੇ, ਹੌਸਲਾ ਅਫਜ਼ਾਈ ਦਿੰਦੇ ਨੇ। ਇਹ ਤੁਹਾਡੇ ਦਿਮਾਗ ਨੇ ਇੰਡੀਕੇਸ਼ਨ ਦਿੱਤੀ ਹਾਂ ਵੀ ਬੰਦੇ ਨੇ ਵਧੀਆ ਪ੍ਰੈਜ਼ੈਂਟ ਕੀਤਾ ਤੇ ਤਾੜੀਆਂ ਮਾਰੋ, ਠੀਕ ਆ। ਲਿਖਣ ਵੇਲੇ ਤੁਹਾਡਾ ਦਿਮਾਗ ਕੰਮ ਕਰਦਾ ਆ, ਸੋਚਣ ਵੇਲੇ, ਬੋਲਣ ਵੇਲੇ, ਸੁਣਨ ਵੇਲੇ। ਸੋ ਦਾ ਬ੍ਰੇਨ ਆਲਸੋ ਹੈਜ਼ ਦ ਸੈਂਡ ਮੈਸੇਜ ਟੂ ਦ ਮਸਲਸ। ਦਿਮਾਗ ਹੀ ਆਪਣਾ ਜਿਹੜੇ ਆਪਣੀ ਮਸਲਸ ਆ ਉਹਨੂੰ ਮੈਸੇਜ ਭੇਜਦਾ। ਦਿਸ ਇਜ਼ ਦ ਸੈਕਿੰਡ ਵੇ ਇਨ ਵਿਚ ਦ ਨਰਵਸ ਸਿਸਟਮ ਕਮਿਊਨੀਕੇਟ ਵਿਦ ਦ ਮਸਲਸ। ਦਿਮਾਗ ਤੋਂ ਦੁਆਰਾ ਜਾ ਕੇ ਜਿਹੜਾ ਮੈਸੇਜ ਆਉਂਦਾ ਇਹ ਦੂਸਰਾ ਵੇ ਆ। ਦ ਕਮਿਊਨੀਕੇਸ਼ਨ ਬਿਟਵੀਨ ਦ ਸੈਂਟਰਲ ਨਰਵਸ ਸਿਸਟਮ ਐਂਡ ਦ ਅਦਰ ਪਾਰਟ ਆਫ ਬੋਡੀ ਇਜ਼ ਫੈਸਿਲਿਟੇਟਡ ਬਾਈ ਦ ਪੈਰੀਫੇਰਲ ਨਰਵਸ ਸਿਸਟਮ ਕੰਸਿਸਟਿੰਗ ਆਫ carnial nerves arising from brain and spinal nerves arising from the spinal cord। ਦੋ ਤਰ੍ਹਾਂ ਦੀਆਂ ਆਪਣੇ ਨਰਵਸ ਆ, ਇੱਕ ਤਾਂ cranial nerves ਆ ਦਿਮਾਗ ਤੋਂ ਜਿਹੜੀਆਂ ਜਾਂਦੀਆਂ ਆ, ਤੇ ਜਿਹੜੀਆਂ spinal nerves ਆਪਣੀ spinal cord ਦੇ ਨਾਲ ਅਟੈਚ ਹੁੰਦੀਆਂ ਨੇ। The brain thus allow us to think and take action based on what the thinking। ਆਪਾਂ ਨੂੰ ਦਿਮਾਗ ਦੱਸਦਾ ਵੀ ਹਾਂ ਵੀ ਆਪਾਂ ਐਕਸ਼ਨ ਲੈਣਾ ਆ। As you will expect, this is the accomplished through the complex design with different part of brain responsible for the integrating different inputs and outputs। ਤੁਹਾਡੇ ਦਿਮਾਗ ਦੇ ਕੀ ਆ ਮੇਨਲੀ ਤਿੰਨ ਹਿੱਸੇ ਹੁੰਦੇ ਨੇ, ਹਰੇਕ ਹਿੱਸੇ ਨੇ ਆਪੋ ਆਪਣੇ ਇਨਪੁਟ ਤੇ ਆਊਟਪੁੱਟ ਦੇਣੀ ਆ। The brain has three major parts। First is forebrain ਜਿਹੜਾ ਆਪਣਾ ਅਗਲਾ ਬ੍ਰੇਨ ਆ, ਠੀਕ ਹੈ। Second is the mid brain ਜਿਹੜਾ ਮੈਂ ਆਪਣਾ ਵਾਈਟਿਸ਼ ਕੀਤਾ ਹੋਇਆ। Third is the hind brain ਜਿਹਨੂੰ ਕਹਿੰਦੇ ਆ ਪੂਰੇ ਦਿਮਾਗ ਦਾ ਛੋਟਾ ਦਿਮਾਗ, that is the hind brain। The forebrain is the main thinking part of brain। ਆਪਣਾ ਜਿਹੜਾ forebrain ਆ ਇਹ mainly think ਕਰਦਾ ਆ। It has regions which receive sensory impulse from various receptors। ਇਹ ਪੂਰਾ ਜਿਹੜਾ ਦਿਮਾਗ ਆ ਇੱਕ ਤਰ੍ਹਾਂ ਦਾ receptor ਆ, ਪਹਿਲਾਂ ਸਾਰੀ ਬੋਡੀ ਤੋਂ ਇਹਨੇ receive ਕਰਨੇ ਮੈਸੇਜ। Separate the areas of forebrain are specialized for hearing, smell, sight and so on। ਆਪਾਂ ਕੋਈ ਸੁਣਦੇ ਆ, ਇੱਧਰੋਂ ਆਵਾਜ਼ ਆ ਗਈ, ਦਿਮਾਗ ਨੇ ਸੈਂਸ ਕੀਤਾ ਵੀ ਇਹਨੂੰ ਆਵਾਜ਼ ਆ ਰਹੀ ਆ, ਇਹ ਫੋਰਬ੍ਰੇਨ ਦਾ ਫੰਕਸ਼ਨ ਆ, ਠੀਕ ਆ। ਕਿਤੇ ਪ੍ਰੋਗਰਾਮ ਹੈ ਆਪਾਂ ਨੂੰ ਕੀ ਆ, ਕਿਤੇ ਗੋਲ ਗੱਪੇ ਖਾ ਰਹੇ ਤੁਸੀਂ ਤੇ ਤੁਹਾਡਾ ਫਰੈਂਡ, ਤੁਹਾਡੇ ਨਾਲ ਦੇ ਫਰੈਂਡ ਦੇ ਮੂੰਹ 'ਚ ਪਾਣੀ ਆ ਜਾਊਗਾ, ਕਿਵੇਂ ਆਊਗਾ? ਫੋਰਬ੍ਰੇਨ ਨੇ ਦੱਸਤਾ ਵੀ ਹਾਂਜੀ ਵੀ ਇਹ ਕੀ ਹੈ, ਗੋਲ ਗੱਪੇ ਖਾ ਰਿਹਾ, ਇਹਦੀ ਸਮੈਲ ਆ ਗਈ, ਉਹਨੂੰ ਜਦੋਂ ਟੇਸਟ ਉਹਦੇ ਮੂੰਹ ਦੇ ਵਿੱਚ ਆ ਗਿਆ।
ਕੁਛ ਦੇਖ ਰਹੇ ਹਾਂ ਉਹ ਵੀ ਫੋਰ ਬ੍ਰੇਨ ਨੇ ਦੱਸਣਾ। देयर आर सेपरेट areas of association where this sensory information is interpreted by putting it together with the information from all the receptors as well with the information that already in the store। ਇੱਕ ਤਾਂ ਦਿਮਾਗ ਦੇ ਵਿੱਚ ਪ੍ਰੋਪਰਲੀ ਸਟੋਰ ਕੀਤਾ ਹੋਇਆ, ਇੱਕ ਉਹਨੇ ਬਾਹਰੋਂ ਰਿਸੈਪਟਰ ਤੋਂ ਉਹਨੂੰ ਮੈਸੇਜ ਮਿਲਿਆ, ਉਹਨੇ ਉਹਨੂੰ ਕੰਪਲੈਕਸ ਬਣਾ ਕੇ ਅੱਗੇ ਭੇਜ ਦਿੱਤਾ। all this decision is made about how to respond and information is passed on the motor areas which control the movement of voluntary muscles, for example our leg muscles। ਆਪਣਾ ਦਿਮਾਗ ਹੀ ਆਪਣੀ ਲੱਤਾਂ ਨੂੰ ਚਲਾਉਂਦਾ, ਆਪਾਂ ਨੂੰ ਪਤਾ ਰਹਿੰਦਾ ਵੀ ਉਹ ਤੁਰ ਕੇ ਜਾਣਾ। ਜੇ ਪਹਿਲਾਂ ਆਮ ਸੋਚਾਂਗੇ ਹਾਂ ਵੀ ਇੱਥੋਂ ਤੁਰਨਾ ਹੈ, ਆਪਣੇ ਸਰੀਰ ਨੂੰ ਐ ਚੱਕਾਂਗੇ, ਸੋਚ ਕਰਨਾ ਸਾਰਾ ਕੁਝ ਤੁਹਾਡੇ ਦਿਮਾਗ ਨੇ ਸੈਟਿੰਗ ਕਰਨੀ ਹੈ ਵੀ ਤੁਸੀਂ ਪੈਦਲ ਚੱਲਣਾ, ਤੁਹਾਡੀਆਂ ਲੈਗ ਮਸਲਸ ਉਹਨੇ ਮੂਵ ਕਰਵਾਉਣੀਆਂ। However, certain sensations are distinct from seeing or hearing. For example, how do we know that we have eaten enough? ਇਹ ਆਪਣਾ ਦਿਮਾਗ ਹੀ ਕੰਟਰੋਲ ਕਰਦਾ ਵੀ ਆਪਾਂ ਨੂੰ ਕਿੱਦਾਂ ਲੱਗਦਾ ਹਾਂ ਵੀ ਮੈਂ ਢਿੱਡ ਭਰ ਗਿਆ ਬਸ, ਇਸ ਤੋਂ ਵੱਧ 4 ਰੋਟੀਆਂ ਖਾਣੀਆਂ, ਇਸ ਤੋਂ ਵੱਧ ਨਹੀਂ ਖਾਣੀਆਂ। ਜੇ ਤੁਹਾਡਾ ਦਿਮਾਗ ਸੈਂਸ ਹੀ ਨਾ ਕਰੇ ਵੀ ਹਾਂਜੀ ਕਿੰਨੀ ਭੁੱਖ ਲੱਗੀ ਆ, ਤੁਸੀਂ ਖਾਈ ਜਾਓਗੇ ਖਾਈ ਜਾਓਗੇ ਖਾਈ ਜਾਓਗੇ 20-25 ਰੋਟੀਆਂ ਖਾ ਕੇ, ਉਸ ਤੋਂ ਬਾਅਦ ਕੀ ਆ ਕੰਮ ਤੁਹਾਡਾ ਖਰਾਬ ਹੋ ਜਾਊਗਾ। The sensation of feeling full is because of center association with hunger। hunger ਦੇ ਨਾਲ ਹੀ ਪੂਰਾ ਇਹਦਾ ਕੰਟਰੋਲ ਆ, which is separate part of forebrain। forebrain ਨੇ ਦੱਸਣਾ ਹਾਂ ਵੀ ਕਾਕਾ ਤੇਰਾ ਢਿੱਡ ਭਰ ਗਿਆ ਤੇ ਬਸ ਕਰ, ਜੇ ਜ਼ਿਆਦਾ ਖਾਊਂਗਾ ਤੇ ਪਰੇਸ਼ਾਨ ਹੋਊਗਾ। Study the label diagram of human being। ਆਪਾਂ ਡਾਇਗਰਾਮ ਦੇਖਣ ਜਾ ਰਹੇ ਹਾਂ ਆਪਣੀ human being ਦੀ। Let us look at the other use of word reflex that we talked about in the introduction। Our mouth waters when we see food we like without our meaning to। ਸਾਹਮਣੇ ਠੀਕ ਆ ਤੁਹਾਨੂੰ ਦੱਸ ਕੇ ਹਟਿਆ ਵੀ ਜਾਂ ਕਿਸੇ ਨੂੰ ਜਲੇਬੀਆਂ ਬਹੁਤ ਪਸੰਦ ਆ, ਠੀਕ ਆ, ਉਹ ਦੂਰ ਖੜੇ ਨੂੰ ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਜਾਣਾ ਵੀ ਕਿਹੜੇ ਟਾਈਮ ਉੱਤੇ ਜਾ ਕੇ ਅਟੈਕ ਕਰ ਦੇਵਾਂ। Our heart beats without our thinking it। In fact, we can't control this action easily by thinking about them even if we wanted to। ਤੁਸੀਂ ਕਦੇ ਵੀ ਸਟੇਜ ਤੇ ਪਹਿਲੀ ਵਾਰ ਚੜ੍ਹੇ, ਤੁਹਾਡਾ ਹਾਰਟ ਬੀਟ ਤੇਜ਼ ਤੇਜ਼ ਧੜਕਦੀ ਹੈ, ਤੁਹਾਡਾ ਰਿਜ਼ਲਟ ਆਉਣ ਲੱਗਾ ਹਾਰਟ ਬੀਟ ਤੇਜ਼ ਤੇਜ਼ ਧੜਕਦੀ ਹੈ, ਠੀਕ ਹੈ। ਤੁਸੀਂ ਸਟੇਜ ਤੇ ਚੜ੍ਹਦੇ ਲੱਤਾਂ ਕੰਬਣ ਲੱਗ ਜਾਂਦੀਆਂ, ਕਿਉਂ? ਇਹ ਸਾਰਾ ਕੁਝ ਦਿਮਾਗ ਨੇ ਸੈਟਿੰਗ ਕੀਤੀ, ਤੁਸੀਂ ਉਹਨੂੰ ਕੰਟਰੋਲ ਚਾਹੁੰਦੇ ਹੋ ਵੀ ਬਹੁਤ ਮੁਸ਼ਕਿਲ ਨਾਲ ਕੰਟਰੋਲ ਕਰ ਪਾਓਗੇ। ਉਸ ਤੋਂ ਬਾਅਦ ਕਿਤੇ ਵੀ ਇੱਕਦਮ ਤੁਸੀਂ ਜਾ ਰਹੇ ਹੋ, ਇੱਕਦਮ ਮੂਹਰੇ ਤੇਜ਼ ਬਰਾਈਟ ਆਈ ਅੱਖਾਂ 'ਚ ਪਈ, ਤੁਸੀਂ ਅੱਖਾਂ ਬੰਦ ਕਰ ਲਈਆਂ। ਹੁਣ ਪਹਿਲਾਂ ਤੁਸੀਂ ਦਿਮਾਗ ਨੂੰ ਥੋੜ੍ਹਾ ਕਹੋਗੇ ਹਾਂਜੀ ਵੀ ਬਹੁਤ ਬਹੁਤ ਤੇਜ਼ ਰੋਸ਼ਨੀ ਆ ਰਹੀ ਆ, ਵੀ ਅੱਖਾਂ ਆਪਣੀਆਂ ਬੰਦ ਕੀਤੀਆਂ ਜਾਣ, ਬਟਨ ਦੱਬੋਗੇ ਤੁਸੀਂ, ਨਹੀਂ, ਆਪੋ ਆਪਣੀ ਅੱਖਾਂ ਆਪਣੇ ਆਪ ਬੰਦ ਹੋ ਜਾਣਗੀਆਂ। Many of these involuntary actions are controlled by mid brain and hind brain। ਇਸੇ ਤਰ੍ਹਾਂ ਦੇ ਐਕਸ਼ਨ ਜਿਹੜੇ ਮਿਡ ਬ੍ਰੇਨ ਤੇ ਹਿੰਡ ਬ੍ਰੇਨ ਨੇ ਕੰਟਰੋਲ ਕਰਨੇ ਨੇ। All, for example, blood pressure, salivation, vomiting are controlled by medulla in the hind brain। ਇੱਥੇ medulla ਆ, ਠੀਕ ਆ, ਹਿੰਡ ਬ੍ਰੇਨ ਦਾ। ਜੇ ਤੁਹਾਨੂੰ ਵੋਮਟਿੰਗ ਆ ਰਹੀ ਹੈ, ਦਿਮਾਗ ਨੇ ਦੱਸਣਾ ਵੀ ਹਾਂ ਵੀ ਵੋਮਟਿੰਗ ਆ ਰਹੀ, ਕੁਛ ਗਲਤ ਗੱਲ ਹੈ, ਬਹੁਤ ਕੱਢ ਦੇ, ਠੀਕ ਆ। ਕਿਤੇ ਹਾਈਟ ਤੇ ਚੱਲ ਗਏ, ਉੱਥੇ ਬਲੱਡ ਪ੍ਰੈਸ਼ਰ ਤੁਹਾਡਾ ਉਹਨੇ ਆਪਣੇ ਆਪ ਸੈਟਿੰਗ ਕਰਨੀ। ਪਾਣੀ ਦੇ ਵਿੱਚ ਚੱਲ ਗਏ, ਉਹਨੇ ਬਲੱਡ ਪ੍ਰੈਸ਼ਰ ਆਪਣੇ ਆਪ ਸੈਟਿੰਗ ਕਰਨੀ। ਜੇ ਇੱਦਾਂ ਨਾ ਹੋਊਗਾ ਤਾਂ ਪਟਾਕਾ ਪੈ ਸਕਦਾ। Think about activities like walking in straight line, riding a bicycle, picking a pencil। These are possible due to the part of hind brain called cerebellum। ਆਹ cerebellum ਆ hind brain ਦਾ, ਇਹਨੇ ਕੀ ਸੈਟਿੰਗ ਕਰਨੀ ਆ ਵੀ ਤਾਂ ਵੀ ਇੱਦਾਂ ਪੈਨਸਲ ਇੱਦਾਂ ਫੜੀ ਦੀ ਆ, ਇੱਦਾਂ ਲਿਖੀ ਦਾ, ਇਹਨੇ ਸਾਰਾ ਕੁਝ ਦੱਸਣਾ। It is responsible for the precision of the voluntary action, maintaining the posture, balance of the body। ਇਹਨੇ ਦੱਸਣਾ ਵੀ ਹਾਂ ਵੀ ਇੱਦਾਂ ਖੜੇ ਹੋਈਦਾ ਆ, ਠੀਕ ਆ, ਇੱਦਾਂ ਚੱਲੀਦਾ ਆ, ਇੱਦਾਂ ਤੁਰੀਦਾ, ਠੀਕ ਆ। Imagine what would happen if each of the event failed to take place we were not thinking about it। ਇਹਨਾਂ ਹਿੱਸਿਆਂ ਦੇ ਵਿੱਚੋਂ ਜੇ ਇੱਕ ਹਿੱਸਾ ਵੀ ਕੰਮ ਕਰਨਾ ਛੱਡ ਦੇਵੇ ਤਾਂ ਤੁਸੀਂ ਅੱਧੇ ਤੋਂ ਵੱਧ ਕੰਮ ਕਰਨੇ ਬੰਦ ਕਰ ਦੋਗੇ। ਇੱਕ ਤਰ੍ਹਾਂ ਦੀ ਤੁਹਾਡੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋ ਜਾਊਗੀ। ਜੇ ਤੁਹਾਨੂੰ ਸੁਣਨਾ ਬੰਦ ਹੋ ਗਿਆ, ਉਹ ਵੀ ਦਿਮਾਗ ਨਾਲ ਹੋਇਆ, ਠੀਕ ਹੈ, ਦੇਖਣਾ ਬੰਦ ਹੋ ਗਿਆ, ਦਿਮਾਗ ਦੇ ਪਾਰਟ ਤੋਂ ਹੋਇਆ, ਉਹ ਵੀ ਸਾਰਾ ਕੁਝ ਕੀ ਸਾਰਾ ਹੀ ਪਾਰਟ ਆਪਣਾ ਕੀ ਹੈ ਦਿਮਾਗ ਦੇ ਨਾਲ ਰਿਲੇਟਡ ਆ। How are these tissue protected? A delicate organ like brain, which is the most so important for variety of activities, need carefully protected। ਦਿਮਾਗ ਹੀ ਇਸੇ ਕਰਕੇ ਆਪਾਂ ਨੂੰ ਕਹਿੰਦੇ ਹਾਈਵੇ ਤੇ ਤੁਸੀਂ ਜਾਂਦੇ ਹੈਲਮਟ ਪਾ ਕੇ ਜਾਓ, ਟਰਬਨ ਬੰਨ੍ਹ ਕੇ ਜਾਓ, ਤਾਂ ਕਿ ਤੁਹਾਡਾ ਦਿਮਾਗ ਤੇ ਜੇ ਸੱਟ ਲੱਗ ਜਾਵੇ ਇੱਕ ਵਾਰ ਤੇ ਉਹ ਮੁੜ ਕੇ ਠੀਕ ਹੋਣੀ ਬਹੁਤ ਮੁਸ਼ਕਿਲ ਆ। ਜੇ ਦਿਮਾਗ ਤੇ ਭਾਰੀ ਸੱਟ ਲੱਗ ਜਾਵੇ ਬੰਦਾ ਮਰ ਵੀ ਜਾਂਦਾ। For this body is a design, ਇਸੇ ਤਰ੍ਹਾਂ ਆਪਣਾ ਦਿਮਾਗ ਵੀ ਡਿਜ਼ਾਈਨ ਕੀਤਾ ਹੈ, ਠੀਕ ਹੈ।
It contained a fluid-filled balloon which provided further shock absorption. ਦਿਮਾਗ ਨੇ ਆ ਕੋਪੜੀ ਆਪਣੀ ਸਕਲ ਦੇ ਅੰਦਰ ਕੀ ਹੈ ਤੇ ਫਲੂਇਡ ਭਰਿਆ ਆ, ਇੱਕ ਤਰ੍ਹਾਂ ਦਾ ਪਾਣੀ ਨੂੰਮਾ ਚੀਜ਼ ਬਣੀ ਹੋਈ ਆ, ਉਹਨੇ ਕੀ ਹੈ ਸ਼ੌਕ ਅਬਜ਼ੌਰਬ ਕਰਨਾ। ਇਫ ਯੂ ਰਨ ਯੂਰ ਹੈਂਡ ਡਾਊਨ ਮਿਡਲ ਆਫ ਯੂਰ ਬੈਕ ਯੂ ਵਿਲ ਫੀਲ ਹਾਰਡ ਬੰਪੀ ਸਟਰਕਚਰ। ਜੇ ਤੁਸੀਂ ਇੱਦਾਂ ਪੁੱਠੇ ਇੱਦਾਂ ਹੋ ਜਾਂਦੇ ਆ ਦਿਮਾਗ ਤੁਹਾਡੇ ਭਾਰ ਪੈਂਦਾ ਲੱਗਦਾ, ਕੁਛ ਹੈਗਾ ਇਹਦੇ ਵਿੱਚ। ਦਿਸ ਇਜ਼ ਦਾ vertebral column or the backbone which protect the spinal cord। ਠੀਕ ਆ, ਆ ਜਿਹੜੀ ਸਪਾਈਨਲ ਕੋਰਡ ਜਾਂ ਵਰਟੀਬਲ ਬੋਨ ਇੱਥੋਂ ਕੀ ਹੈ ਤੁਹਾਡਾ, ਇਹਨੇ ਕੀ ਹੈ ਕਾਬੂ ਕਰਕੇ ਰੱਖਦੀ ਹੈ, ਬੈਕਬੋਨ ਨੂੰ ਬਚਾ ਕੇ ਰੱਖਦੀ ਹੈ ਤੁਹਾਡੀ ਜਿਹੜੀ ਹੈ। How does nervous tissue cause action? So far we have talking about the nervous tissue, how it collects information, send to the around the body, protect information, make decision। ਆਪਣੇ ਦਿਮਾਗ 'ਚ ਕਿੱਦਾਂ ਇਨਫੋਰਮੇਸ਼ਨ ਜਾਂਦੀ ਆ, ਉਹਨੂੰ ਡਿਸੀਜਨ ਕੀ ਬਣਦਾ, ਅੱਗੇ ਕੀ ਭੇਜਿਆ ਜਾਂਦਾ, ਅੱਗੇ ਕੀ ਮੈਸੇਜ ਕਨਵੇ ਕੀਤਾ ਜਾਂਦਾ ਟੂ ਦਾ ਮਸਲਸ। ਇਨ ਅਦਰ ਵਰਡਸ ਵੈਨ ਦ ਐਕਸ਼ਨ ਆਫ ਦ ਮੂਵਮੈਂਟ ਇਜ਼ ਪਰਫਾਰਮ ਮਸਲ ਟਿਸ਼ੂ ਵਿਲ ਡੂ ਦ ਫਾਈਨਲ ਜੌਬ। How do animals muscles move? When the nerve impulse reaches the muscle fiber must move। How does muscle cell move? ਠੀਕ ਹੈ, ਐਨੀਮਲ ਆਪਣੇ ਦਾ ਹੋ ਗਿਆ ਵੀ ਆਪਣੇ ਮਸਲ ਨੇ ਮੂਵ ਕਰ ਲਿਆ, ਕਿ ਐਨੀਮਲਸ 'ਚ ਵੀ ਇੱਦਾਂ ਹੀ ਥਿੰਕਿੰਗ ਪਾਵਰ ਹੁੰਦੀ ਹੈ, ਉਹਨਾਂ ਨਹੀਂ, ਉਹਨਾਂ ਦੀ ਥਿੰਕਿੰਗ ਪਾਵਰ ਆਪਣੇ ਨਾਲੋਂ ਘੱਟ ਹੁੰਦੀ ਹੈ, ਮਸਲ ਸੈੱਲ ਮੂਵ ਉਹਨਾਂ ਦੇ ਘੱਟ ਹੁੰਦੇ। ਕਈ ਜਗ੍ਹਾ ਬਾਈ ਸਪੋਜ਼ ਕੋ ਤੁਸੀਂ ਦੇਖਿਆ ਹੋਣਾ, ਕਈ ਜਗ੍ਹਾ ਅੱਗ ਲੱਗ ਜਾਂਦੀ ਆ, ਬੰਦਾ ਉੱਥੋਂ ਨਿਕਲ ਕੇ ਫਟਾਫਟ ਜਾਨ ਬਚਾ ਲੈਂਦਾ, ਪਰ ਜਾਨਵਰ ਕੀ ਹੈ ਇੱਧਰ ਉੱਧਰ ਭਟਕਦਾ, ਉਹਨੂੰ ਸਮਝ ਨਹੀਂ ਲੱਗਦਾ, ਇਸੇ ਕਰਕੇ ਉਹਦਾ ਦਿਮਾਗ ਕੁਇਕ ਰਿਸਪੌਂਸ ਨਹੀਂ ਕਰਦਾ, ਇਸ ਕਰਕੇ ਉੱਥੇ ਉਹ ਜਾਨਵਰ ਫਸ ਜਾਂਦਾ ਆ। Muscle cells have special proteins that change both their shape, their arrangement in the cell in response to nervous electrical impulse। ਇਸੇ ਕਰਕੇ ਕਿਹਾ ਜਾਂਦਾ ਜਿਹੜੀ ਪ੍ਰੋਟੀਨ ਦੀ ਲੋੜ ਆ ਤੁਹਾਡੇ ਮਸਲਸ ਨੂੰ ਬਹੁਤ ਲੋੜ ਆ, ਉਸੇ ਪ੍ਰੋਟੀਨ ਨਾਲ ਕੀ ਤੁਹਾਡੇ ਕੀ ਹੈ ਮੈਸੇਜ ਪਹੁੰਚਣਾ ਤੁਹਾਡਾ। ਠੀਕ ਆ, ਉਹਨੇ ਕੀ ਆ ਨਿਊ ਅਰੇਂਜਮੈਂਟ ਆਫ ਦਿਸ ਪ੍ਰੋਟੀਨ ਗਿਵ ਦਾ ਮਸਲ ਸੈਲ ਸ਼ਾਰਟਰ ਫਾਰਮ। ਪ੍ਰੋਟੀਨ ਨੇ ਉਹਨੂੰ ਕੰਟਰੈਕਟ ਕਰਨ 'ਚ ਹੈਲਪ ਕਰਨੀ ਹੈ, ਐਕਸਟ੍ਰੈਕਟ ਕਰਨ 'ਚ ਹੈਲਪ ਕਰਨੀ ਆ। Remember when we talked last class ਆਪਾਂ ਪੜ੍ਹਿਆ ਸੀ such a voluntary muscles and involuntary muscles based on what we have discussed so far। What do you think difference between these would be? Involuntary ਤੇ voluntary ਇਹਨਾਂ ਦੇ ਵਿੱਚ ਤੁਸੀਂ difference ਲੱਭਣਾ। ਨੈਕਸਟ ਆਪਾਂ ਜਿਹੜੀ ਕੋਆਰਡੀਨੇਸ਼ਨ ਆ ਆਪਾਂ ਹਿਊਮਨ ਬੀਇੰਗਸ ਦਾ ਪੜ੍ਹ ਲਈ, ਅੱਗੇ ਪਲਾਂਟਸ ਵਿੱਚ ਪੜ੍ਹਾਂਗੇ। ਥੈਂਕ ਯੂ, ਹੈਵ ਏ ਨਾਈਸ ਡੇ। ਜਿਹੜੇ ਬੱਚੇ ਫਸਟ ਟਾਈਮ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨ ਤਾਂ ਕਿ ਜੋ ਨੈਕਸਟ ਅਪਡੇਟਸ ਆ ਤੁਹਾਨੂੰ ਮਿਲਦੇ